ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਪੰਜਾਬ ਦੀਆਂ ਸੱਥਾਂ ਦੇ ਵਿੱਚ ਬੜੀ ਚਰਚਾ ਹੋ ਰਹੀ ਹੈ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ। ਕੁਝ ਲੋਕ ਕਹਿੰਦੇ ਨੇ ਕਿ ਹੰਗ ਪਾਰਲੀਮੈਂਟ ਆਉਣੀ ਹੈ। ਹੰਗ ਪਾਰਲੀਮੈਂਟ ਤੇ ਨੋਟਾ ਕਹਿੰਦੇ ਇੱਕੋ ਹੀ ਗੱਲ ਹੋ ਗਈ ਕਿ ਜਿਹੜੀ ਪਬਲਿਕ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਕੋਈ ਵੀ ਪਸੰਦ ਨਹੀਂ ਹੈ। ਕੋਈ ਕਹਿੰਦਾ ਨਹੀਂ ਕੋਈ ਨਾ ਕੋਈ ਪਾਰਟੀ ਮਿਲ ਕੇ ਜਾਂ ਕੋਈ ਨਾ ਕੋਈ ਸਮੀਕਰਨ ਬਣਾ ਕੇ ਇਹ ਸਾਰੇ ਜਿਹੜੇ ਸਿਆਸੀ ਆਗੂ ਨੇ ਕੋਈ ਨਾ ਕੋਈ ਸਰਕਾਰ ਜ਼ਰੂਰ ਬਣਾ ਲੈਣਗੇ, ਕਿਉਂਕਿ ਇਹ ਸੱਤਾ ਵਿੱਚ ਆਉਣ ਵਾਸਤੇ ਕਾਲੇ ਪਏ ਹੋਏ ਨੇ ਤਾਂ ਕੋਈ ਨਾ ਕੋਈ ਰਾਹ ਜ਼ਰੂਰ ਕੱਢ ਲੈਣਗੇ। ਕੋਈ ਨਾ ਕੋਈ ਕਹਿੰਦੇ ਨੇ ਕਿ ਨਹੀਂ ਹੰਗ ਪਾਰਲੀਮੈਂਟ ਜਾਣ ਬੁੱਝ ਕੇ ਲੈ ਕੇ ਆਉਣੀ ਹੈ ਤਾਂ ਕਿ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਸਥਾਪਿਤ ਕੀਤਾ ਜਾ ਸਕੇ। ਕੋਈ ਹੋਰ ਕਹਿੰਦਾ ਨਹੀਂ ਐਦਾਂ ਨਹੀਂ ਹੋਣਾ। ਤੁਸੀਂ ਦੇਖਿਓ ਜਦੋਂ ਵੀ ਇਹ ਹਵਾ ਵਗਣੀ ਹੈ ਨਾ ਕਿਸੇ ਪਾਰਟੀ ਦੇ ਪੱਖ ਦੇ ਵਿੱਚ, ਤੇ ਪੰਜਾਬ ਦੀ ਜਨਤਾ ਦਾ ਇਹ ਇਤਿਹਾਸ ਰਿਹਾ ਕਿ ਉਸ ਪਾਰਟੀ ਨੂੰ ਜਿਤਾ ਦਿੰਦੀ ਆ, ਕਦੀ ਹੰਗ ਪਾਰਲੀਮੈਂਟ ਆਉਣ ਹੀ ਨਹੀਂ ਦਿੰਦੀ। ਸੋ ਇਹ ਵੱਖੋ-ਵੱਖ ਰਾਏ ਹੈ ਸਭ ਦੀ, ਵੱਖੋ-ਵੱਖ ਗਲੀਆਂ ਦੇ ਵਿੱਚ ਵੱਖੋ-ਵੱਖ ਗੱਲਾਂ ਹੋ ਰਹੀਆਂ ਨੇ। ਇਹ ਗਲੀਆਂ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਸੜਕ ਦੀਆਂ ਗੱਲਾਂ ਪਾਰਲੀਮੈਂਟ ਤੱਕ ਪਹੁੰਚ ਜਾਂਦੀਆਂ। ਤੇ ਦੇਖੋ ਹੁਣ ਗੱਲ ਕੀ ਬਣਦੀ ਆ, ਕਿਉਂਕਿ ਰਿਜ਼ਲਟ ਤਾਂ 10 ਮਾਰਚ ਨੂੰ ਆਉਣਾ। ਫਿਲਹਾਲ ਆਪਾਂ ਕਰਦੇ ਹਾਂ ਆਪਣਾ ਪੰਜਾਬ ਚਰਚਾ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਤੁਹਾਡਾ ਪ੍ਰੋਗਰਾਮ ਪੰਜਾਬ ਚਰਚਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸ਼੍ਰੀ ਗੁਰਮੀਤ ਪਲਾਹੀ ਜੀ। ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਸ਼ੋਅ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਸੰਜੀਵ ਜੀ, ਬਹੁਤ ਮਿਹਰਬਾਨੀ। ਪਲਾਹੀ ਸਾਹਿਬ, ਇਹ ਗਲੀਆਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਇਹ ਸੱਥਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਸੜਕਾਂ ਦੇ ਉੱਤੇ ਜਿਹੜੀਆਂ ਚਰਚਾ ਹੁੰਦੀਆਂ, ਇਹ ਪਾਰਲੀਮੈਂਟ ਤੱਕ ਪਹੁੰਚ ਜਾਂਦੀਆਂ, ਤੁਹਾਡੇ ਤੱਕ ਵੀ ਪਹੁੰਚ ਗਈਆਂ ਹੋਣਗੀਆਂ, ਤੁਹਾਡੇ ਕੰਨਾਂ ਤੱਕ। ਤੁਹਾਡੀ ਕੀ ਰਾਏ ਬਣਦੀ ਹੈ 10 ਮਾਰਚ ਦੇ ਲਈ? ਦੇਖੋ, ਇੱਕ ਗੱਲ ਤਾਂ ਪੱਧਰੀ ਸਿੱਧੀ ਹੈ, ਉਹ ਇਹ ਆ ਕਿ ਹਰੇਕ ਪਾਰਟੀ ਜਿਹੜੀ ਵੀ ਚੋਣ ਮੈਦਾਨ ਵਿੱਚ ਹੈ 13ਵੀਂ ਵਿਧਾਨ ਸਭਾ ਦੇ, ਉਸ ਵੱਲੋਂ ਹਰ ਹੀਲੇ ਆਪਣੇ ਵੱਸੋਂ ਬਾਹਰਾ ਜ਼ੋਰ ਜਿਹੜਾ ਹੈ ਉਹ ਪੰਜਾਬ ਨੂੰ ਹਥਿਆਉਣ ਲਈ ਲਗਾਇਆ ਜਾ ਰਿਹਾ ਜੀ। ਸਭ ਤੋਂ ਵੱਧ ਜ਼ੋਰ ਜਿਹੜਾ ਹੈ ਭਾਜਪਾ ਵੱਲੋਂ ਲਗਾਇਆ ਜਾ ਰਿਹਾ, ਜਿਹਦੇ ਵੱਲੋਂ ਇਹ ਯਤਨ ਹੋ ਰਿਹਾ ਕਿ ਜੇ ਅਸੀਂ ਨਹੀਂ ਵੀ ਜਿੱਤਦੇ, ਨਹੀਂ ਅਸੀਂ ਵੱਡੀਆਂ ਸੀਟਾਂ ਪ੍ਰਾਪਤ ਕਰਦੇ, ਪਰ ਸਾਡਾ ਵੋਟ ਬੈਂਕ ਪੰਜਾਬ ਦੇ ਵਿੱਚ ਇੰਨਾ ਹੋਣਾ ਚਾਹੀਦਾ ਜਿਹੜਾ ਅਸੀਂ ਦਿਖਾ ਸਕੀਏ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਸਾਡੇ ਵਿਰੋਧ ਦੇ ਵਿੱਚ ਐਡਾ ਵੱਡਾ ਅੰਦੋਲਨ ਕੀਤਾ ਸੀ ਜੀ, ਉਹ ਇਹ ਸਮਝ ਸਕਣ ਕਿ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਆਪਣਾ ਬੇਸ ਰੱਖਦੀ ਹੈ, ਭਾਵੇਂ ਕਿ ਇਸ ਮਾਮਲੇ ਦੇ ਵਿੱਚ ਉਹਦੇ ਨਾਲ ਸੰਬੰਧਿਤ ਜਿਹੜੀਆਂ ਗੱਠਜੋੜ ਵਾਲੀਆਂ ਪਾਰਟੀਆਂ ਨੇ ਉਹਨਾਂ ਦੀ ਵੀ ਇਸ ਮਸਲੇ ਤੇ ਵੱਡੀ ਦੇਣ ਹੋਏਗੀ। ਜੀ, ਹੁਣ ਦੇਖੋ, ਭਾਜਪਾ ਦੂਜੀ ਪਾਰਟੀ ਹੈ ਪੰਜਾਬ ਦੇ ਵਿੱਚ। ਪਹਿਲਾਂ ਤੇ ਕਿਸਾਨਾਂ ਦੀ ਜਿਹੜੀ ਮੋਰਚਾ ਬਣਿਆ ਹੋਇਆ, ਉਸਨੇ ਆਪਣਾ ਮੈਨੀਫੈਸਟੋ ਲਾਗੂ ਕੀਤਾ ਔਰ ਆਪਣੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਬੜੀਆਂ ਸਿੱਧੀਆਂ ਪੱਧਰੀਆਂ ਗੱਲਾਂ ਕੀਤੀਆਂ ਨੇ, ਸਮੇਤ ਇਸ ਗੱਲ ਦੇ ਕਿ ਜਿਹੜੀ ਘੋਸ਼ਣਾ ਅਸੀਂ ਕਰਨੀ ਹੈ, ਜਿਹੜਾ ਚੋਣ ਨੋਟ ਪੱਤਰ ਅਸੀਂ ਦੇਣਾ ਹੈ, ਅਸੀਂ ਉਸ ਦਸਤਾਵੇਜ਼ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੇ ਹੱਕ ਦੇ ਵਿੱਚ ਹਾਂ। ਔਰ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਅਸੀਂ ਯਤਨ ਕਰਾਂਗੇ ਕਿ ਜੇ ਅਸੀਂ ਪਾਵਰ ਦੇ ਵਿੱਚ ਆਉਣੇ ਆ ਤੇ ਇਸ ਮਸਲੇ ਦੇ ਉੱਤੇ ਨਿੱਠ ਕੇ ਗੱਲ ਕਰਾਂਗੇ। ਦੂਜੀ ਜਿਹੜਾ ਬਾਕੀ ਪਾਰਟੀਆਂ ਨੇ ਤੇ ਹਾਲੇ ਆਪੋ ਆਪਣਾ ਕੋਈ ਮੈਨੀਫੈਸਟੋ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਦਿੱਤਾ, ਭਾਵੇਂ ਕਿ ਕੁਝ ਨੁਕਾਤੀ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੇ ਜ਼ਰੂਰ ਸਾਡੇ ਸਾਹਮਣੇ ਲਿਆਂਦੇ ਨੇ। ਪਰ ਭਾਜਪਾ ਨੇ ਹੁਣੇ ਇੱਕ ਕੱਲ ਆਪਣੇ ਗੱਠਜੋੜ ਦੇ ਵੱਲੋਂ, ਜਿਹਦੇ ਵਿੱਚ ਅਮਰਿੰਦਰ ਸਿੰਘ ਵੀ ਜੀ ਨੇ ਔਰ ਉਹਨਾਂ ਦੇ ਦੂਸਰੇ ਭਾਈਵਾਲ ਜਿਹੜੇ ਨੇ ਉਹ ਵੀ ਸੁਖਦੇਵ ਸਿੰਘ ਢੀਂਡਸਾ ਨੇ, ਔਰ ਤੀਸਰੇ ਉਹ ਆਪ ਨੇ, ਇਹਨਾਂ ਨੇ ਇਕੱਠਿਆਂ ਇੱਕ ਜਾਰੀ ਕੀਤਾ ਹੈ ਮੈਨੀਫੈਸਟੋ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਤਾਂ ਹੋਰ ਕੀਤੀਆਂ ਨੇ। ਪਰ ਇੱਕ ਗੱਲ ਜਿਹੜੀ ਵਿਸ਼ੇਸ਼ ਤੌਰ ਤੇ ਕੀਤੀ ਹੈ ਉਹ ਸਮਝਣ ਵਾਲੀ ਹੈ। ਉਹ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ 5 ਸਾਲਾਂ ਵਿੱਚ ਪੰਜਾਬ ਦੇ ਉੱਤੇ 1 ਲੱਖ ਕਰੋੜ ਰੁਪਈਆ ਬੁਨਿਆਦੀ ਢਾਂਚੇ ਦੀ ਉਸਾਰੀ ਲੈ ਲਿਆਵਾਂਗੇ। ਵਾਹ ਵਾਹ। ਦੂਜੀ ਗੱਲ ਉਹਨਾਂ ਨੇ ਇਹ ਕਹੀ ਵੀ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰਿਜ਼ਰਵੇਸ਼ਨ ਜਿਹੜੀ ਹੈ ਪੰਜਾਬੀਆਂ ਦੀ, ਉਹਦੇ ਵਿੱਚ 85% ਪੰਜਾਬੀ ਜਿਹੜੇ ਨੇ ਨਾ 75% ਪੰਜਾਬੀ ਜਿਹੜੇ ਨੇ ਉਹਨਾਂ ਦੇ ਲਈ ਨੌਕਰੀਆਂ ਜਿਹੜੀਆਂ ਰਾਖਵੀਆਂ ਕਰਾਂਗੇ। ਤੇ ਯੂਨਿਟ ਮੁਫਤ ਦੇਣ ਦੀ ਗੱਲ ਵੀ ਉਹਨਾਂ ਨੇ ਆਪਣੇ ਇਸ ਦੇ ਵਿੱਚ ਕੀਤੀ ਹੈ। ਪਰ ਕਿਤੇ ਵੀ ਮੈਨੂੰ ਇਹ ਗੱਲ ਨਹੀਂ, ਉਹਨਾਂ ਨੇ ਕਿਤੇੋਂ ਵੀ ਇਹ ਗੱਲ ਲੱਭਦੀ ਨਹੀਂ ਦਿਸੀ। ਬੇਰੁਜ਼ਗਾਰੀ ਭੱਤਾ ਦੇਣ ਦੀ ਤਾਂ 4000 ਰੁਪਈਆ ਗ੍ਰੈਜੂਏਟ ਜਿਹੜੇ ਨੌਜਵਾਨ ਹੋਣਗੇ ਉਹਨਾਂ ਨੂੰ ਦੇਣ ਦੀ ਗੱਲ ਹੈ। ਹਾਂਜੀ, ਪਰ ਰੁਜ਼ਗਾਰ ਕਿਵੇਂ ਪੈਦਾ ਕਰਨਾ ਹੈ, ਰੁਜ਼ਗਾਰ ਉਦਯੋਗ ਕਿੱਥੇ ਲਾਉਣਾ ਹੈ, ਕਿਵੇਂ ਨੌਕਰੀਆਂ ਪੈਦਾ ਕਰਨੀਆਂ, ਕਿਵੇਂ ਸਰਕਾਰੀ ਨੌਕਰੀਆਂ ਜਿਹੜੀਆਂ ਨੇ
ਉਹ ਸਾਹਮਣੇ ਲਿਆਉਣੀਆਂ ਨੇ, ਔਰ ਕਿਵੇਂ 3 ਲੱਖ ਕਰੋੜ ਰੁਪਈਆ ਜੋ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਹੋਇਆ, ਉਸ ਦੀ ਮਾਫੀ ਕਿਵੇਂ ਤੇ ਕਿਦੋਂ ਕਰਾਉਣੀ ਹੈ, ਕਿਉਂਕਿ ਬਹੁਤਾ ਕੁਝ ਕੇਂਦਰ ਦੀ ਸਰਕਾਰ ਦੇ ਉੱਤੇ ਨਿਰਭਰ ਕਰਦਾ, ਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਹਰ ਹੀਲੇ ਪੰਜਾਬ ਦੀ ਸਰਕਾਰ ਨੂੰ ਹਟਾਉਣਾ ਚਾਹੁੰਦੀ ਹੈ। ਡਬਲ ਇੰਜਨ ਦੀ ਗੱਲ ਜਿਹੜੀ ਹੈ ਉਹ ਲਗਾਤਾਰ ਕਰ ਰਹੀ ਹੈ ਵੀ ਥੱਲੇ ਵੀ ਤੇ ਉੱਪਰ ਵੀ ਇੱਕੋ ਇੰਜਨ ਹੋਵੇ, ਜਿਹਦੇ ਨਾਲ ਪੰਜਾਬ ਦੀ ਸਰਕਾਰ ਵੀ ਕੁਝ ਕਰ ਸਕੇ ਔਰ ਪੰਜਾਬ ਦੇ ਲੋਕ ਵੀ ਕੁਝ ਖੱਟ ਸਕਣ। ਅਸਲ ਮੰਤਵ ਤਾਂ ਪੰਜਾਬ ਦੀ ਸਰਕਾਰ ਹਟਾਉਣ ਦਾ ਉਹਨਾਂ ਦਾ ਇਹ ਹੈ ਵੀ ਉਹ ਕਿਸਾਨਾਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਹੈ, ਜਿਨ੍ਹਾਂ ਨੇ ਅਸਲ ਮਾਇਨਿਆਂ ਦੇ ਵਿੱਚ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਗੱਲ ਦਰਸਾ ਦਿੱਤੀ ਕਿ ਜੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਹ ਕੁਝ ਵੀ ਕਰਨ ਜੋਗੇ ਹੁੰਦੇ ਨੇ, ਤੇ ਵੱਡੇ ਵੱਡੇ ਹਾਕਮਾਂ ਨੂੰ ਈਨ ਮੰਨਣੀ ਪੈਂਦੀ ਹੈ। ਤੋ ਇਹ ਸਾਰੇ ਕੁਝ ਦਾ ਬਰਤਾਂਤ ਜਿਹੜਾ ਹੈ ਆਪਾਂ ਵੱਖੋ ਵੱਖਰੇ ਆਪਣੇ ਜਿਹੜੇ ਵਾਰਤਾਲਾਪ ਹੁੰਦੇ ਰਹੇ ਨੇ, ਚਰਚਾ ਹੁੰਦੀ ਰਹੀ ਹੈ, ਉਹਦੇ ਵਿੱਚ ਡਿਸਕਸ ਕਰਦੇ ਰਹੇ ਹਾਂ। ਹੁਣ ਬਹੁਤੀ ਇਸ ਮਾਮਲੇ ਤੇ ਗੱਲ ਕਰਨ ਦੀ ਲੋੜ ਨਹੀਂ ਹੈ, ਪਰ ਇੱਕ ਗੱਲ ਕਰਨ ਦੀ ਲੋੜ ਹੈ, ਉਹ ਇਹ ਹੈ ਕਿ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਭਾਜਪਾ ਤੇ ਉਹਦਾ ਗਠਬੰਧਨ ਜਿਹੜਾ ਹੈ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋਇਆ ਫਿਰਦਾ, ਨੰਬਰ 1। ਨੰਬਰ 2 ਤੇ ਉਹਨਾਂ ਵੱਲੋਂ ਯਤਨ ਹੋਏਗਾ ਵੀ ਅਸੀਂ ਵੱਧ ਤੋਂ ਵੱਧ ਚੋਣਾਂ ਵੋਟਾਂ ਜਿਹੜੀਆਂ ਨੇ ਵੋਟਰਾਂ ਨੂੰ ਆਪਣੇ ਹੱਥ ਵਿੱਚ ਖਿੱਚ ਸਕੀਏ, ਆਪਣੇ ਹੱਕ ਦੇ ਵਿੱਚ ਲਿਆ ਸਕੀਏ, ਤੇ ਇੱਥੇ ਕਾਂਗਰਸ ਦੀ ਸਰਕਾਰ ਜਿਹੜੀ ਹੈ ਮੁੜ ਕੇ ਸਥਾਪਿਤ ਨਾ ਹੋ ਸਕੇ ਜੀ। ਤੇ ਤੀਸਰੀ ਗੱਲ ਇਹ, ਤੇ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਇਸ ਗੱਲ ਦੇ ਲਈ ਮੌਕਾ ਨਾ ਦੇ ਸਕੀਏ ਵੀ ਉਹ ਵੀ ਆਪਣੀ ਸਰਕਾਰ ਬਣਾ ਸਕੇ। ਅਕਾਲੀਆਂ ਤੋਂ ਤਾਂ ਉਹ ਇਸ ਗੱਲ ਤੋਂ ਬਹੁਤੇ ਡਰੇ ਹੋਏ ਨਹੀਂ ਕਿ ਉਹਨਾਂ ਨੇ ਇਸ ਮਾਮਲੇ ਤੇ ਬਹੁਤਾ ਕੁਝ ਕਰ ਨਹੀਂ ਸਕਣਾ, ਪਰ ਉਹਨਾਂ ਦੇ ਮਨ ਵਿੱਚ ਇੱਕ ਗੱਲ ਹੈ ਵੀ ਇੱਕ ਹੰਗ ਪਾਰਲੀਮੈਂਟ ਜਿਹੜੀ ਹੈ, ਮਤਲਬ ਇਹੋ ਜਿਹੀ ਜਿਹੜੀ ਵਿਧਾਨ ਸਭਾ ਬਣ ਜਾਏ ਜਿਹਦੇ ਵਿੱਚ ਉਹਨਾਂ ਦੀ ਪੁੱਛਗਿੱਛ ਜ਼ਿਆਦਾ ਹੋ ਜਾਏ, ਜਾਂ ਤਾਂ ਉਹ ਆਪਣੀ ਪੁੱਛਗਿੱਛ ਵਾਲੀ ਸਰਕਾਰ ਬਣਾ ਸਕਣ, ਜਾਂ ਫਿਰ ਦੂਸਰੀ ਗੱਲ ਇਹ ਹੋ ਸਕਦੀ ਆ ਵੀ ਉਹ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ 6 ਮਹੀਨਿਆਂ ਦੇ ਲਈ, ਤੇ ਮੁੜ ਕੇ ਫਿਰ ਚੋਣਾਂ ਦੇ ਰਸਤੇ ਤੇ ਪੰਜਾਬ ਨੂੰ ਪਾ ਦੇਣ। ਸੋ ਇਹ ਇੱਕ ਵਰਤਾਂਤ ਹੈ ਜਿਹੜਾ ਆਮ ਤੌਰ ਤੇ ਸਿਆਣੇ ਸਿਆਸਤਦਾਨਾਂ ਦੇ ਦਰਮਿਆਨ ਲਿਖਿਆ ਗਿਆ ਹੈ, ਔਰ ਸਾਰੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਕਿਉਂਕਿ ਬੜੇ ਲੰਮੇ ਸਮੇਂ ਤੋਂ ਸਿੱਖ ਪਰਸਨੈਲਿਟੀਆਂ ਨੂੰ, ਸਿੱਖ ਅਹੁਦੇਦਾਰ ਜਿਹੜੇ ਨੇ ਵੱਖੋ ਵੱਖਰੇ ਥਾਵਾਂ ਦੇ ਉੱਤੇ, ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਨ ਦਾ ਯਤਨ ਹੋਇਆ। ਦੂਜੇ ਨੰਬਰ ਤੇ ਵੱਖੋ ਵੱਖਰੀਆਂ ਪਾਰਟੀਆਂ ਦੇ ਬਹੁਤ ਸਾਰੇ ਲੋਕ ਵੀ ਭਾਜਪਾ ਵਿੱਚ ਸ਼ਾਮਲ ਕੀਤੇ ਗਏ ਜੀ, ਭਾਵੇਂ ਕਿ ਓਡੀ ਵੱਡੀ ਸਫਲਤਾ ਜਿਹੜੀ ਹੈ ਭਾਜਪਾ ਨੂੰ ਇਸ ਮਾਮਲੇ ਤੇ ਨਹੀਂ ਸੀ ਮਿਲ ਸਕੀ, ਔਰ ਮੋਦੀ ਸਾਹਿਬ ਦਾ ਪੰਜਾਬ ਦੌਰੇ ਨੇ ਵੀ ਉਹਨਾਂ ਦੀ ਇਹ ਸਫਲਤਾ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਆ ਲਗਾ ਦਿੱਤੇ ਸੀ। ਪਰ ਫਿਰ ਵੀ ਬੜੇ ਜੋਸ਼ ਨਾਲ, ਬੜੇ ਖਰੋਸ਼ ਨਾਲ ਭਾਜਪਾ ਦੀ ਜਿਹੜੀ ਪਾਰਟੀ ਹੈ ਉਹ ਆਪਣੇ ਵੱਲੋਂ ਦੇਖੋ ਪੂਰਾ ਟਿੱਲ ਲਗਾ ਰਹੀ ਆ ਕਿ ਪੰਜਾਬ ਦੇ ਉਹਨਾਂ ਸੀਟਾਂ ਨੂੰ, ਖਾਸ ਤੌਰ ਤੇ ਜਿਹਨਾਂ ਸੀਟਾਂ ਦੇ ਉੱਤੇ ਉਹਨਾਂ ਦੇ ਖਾਸ ਬੰਦੇ ਖੜੇ ਨੇ, ਉਹਨਾਂ ਨੂੰ ਜਿਤਾਇਆ ਜਾਏ, ਜਾਂ ਘੱਟੋ ਘੱਟ ਇਦਾਂ ਦੀ ਸਥਿਤੀ ਪੈਦਾ ਕਰ ਦਿੱਤੀ ਜਾਏ ਕਿ ਉਹ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਲੈ ਸਕਣ। ਹੁਣ ਦੇਖੋ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਹੈ, ਉਹਦੇ ਵਿੱਚ ਔਰਤਾਂ ਦੀ ਗੱਲ ਵੀ ਕੀਤੀ ਗਈ ਹੈ, ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਵੀ ਕੀਤੀ ਗਈ ਹੈ, ਪਰ ਪੰਜਾਬ ਦੀ ਖੇਤੀ ਦਾ ਉਹਨਾਂ ਨੇ ਕੀ ਕਰਨਾ ਹੈ ਉਸ ਦੇ ਬਾਰੇ ਚੁੱਪੀ ਹੈ। ਭਾਵੇਂ ਕਿ ਉਹਨਾਂ ਦੇ ਖੇਤੀ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਖੇਤੀ ਕਾਨੂੰਨ ਉਸ ਕਿਸਮ ਦੇ ਵਾਪਸ ਨਹੀਂ ਲਿਆਵਾਂਗੇ, ਬਿਲਕੁਲ ਨਹੀਂ ਲਿਆਵਾਂਗੇ, ਪਰ ਪੰਜਾਬ ਕਿਉਂਕਿ ਖੇਤੀ ਨਾਲ ਸੰਬੰਧਿਤ ਸੂਬਾ ਹੈ, ਇਸ ਦੇ ਅਰਥਚਾਰੇ ਨੂੰ ਕਿਵੇਂ ਥਾਂ ਸਿਰ ਕਰਨਾ ਹੈ, ਕਿਵੇਂ ਇਸਨੇ ਤਰੱਕੀ ਕਰਨੀ ਹੈ, ਕਿਵੇਂ ਇੱਥੇ ਉਦਯੋਗ ਜਿਹੜੇ ਨੇ ਖੇਤੀ ਨਾਲ ਸੰਬੰਧਿਤ ਉਦਯੋਗ ਲੱਗਣੇ ਨੇ, ਉਹਨਾਂ ਬਾਰੇ ਭਾਜਪਾ ਦੀ ਇਸ ਚੋਣ ਮੈਨੀਫੈਸਟੋ ਦੇ ਵਿੱਚ ਕੁਝ ਵੀ ਸ਼ਾਮਲ ਨਹੀਂ ਹੈ। ਹਾਂ, ਇੱਕ ਗੱਲ ਕੀਤੀ ਜਾ ਰਹੀ ਹੈ ਵੀ ਅਸੀਂ ਪੰਜਾਬ ਜੀ ਨਵਾਂ ਸਿਰਜਾਂਗੇ, ਪੰਜਾਬ ਨਵਾਂ ਸਿਰਜਾਂਗੇ। ਬੁਨਿਆਦੀ ਢਾਂਚੇ ਦੇ ਨਾਲ ਹੀ ਕਦੇ ਕੋਈ ਜਿਹੜੀ ਸੂਬਾ ਹੈ ਉਹ ਤਰੱਕੀ ਨਹੀਂ ਕਰ ਸਕਦਾ। ਉਸ ਨੂੰ ਤਰੱਕੀ ਕਰਨ ਲਈ ਅਸਲ ਮਾਇਨਿਆਂ ਦੇ ਵਿੱਚ ਵੱਡੇ ਰੁਜ਼ਗਾਰ ਦੀ ਲੋੜ ਹੈ। ਰਿਆਇਤਾਂ ਦੇ ਨਾਲ ਕੋਈ ਬੰਦਾ ਤਰੱਕੀ ਨਹੀਂ ਕਰ ਸਕਦਾ। ਰਿਆਇਤਾਂ ਦੇ ਨਾਲ ਤਾਂ ਬੰਦੇ ਨੂੰ ਭੁੱਖਮਰੀ ਦੇ ਵਿੱਚੋਂ ਤਾਂ ਮੰਨ ਲਿਆ ਕੱਢਿਆ ਜਾ ਸਕਦਾ,
ਪਰ ਜੀ ਉਸ ਮੰਗਤੇ ਬਣਾਉਣ ਦੀ ਜਿਹੜੀ ਪ੍ਰਵਿਰਤੀ ਹੈ, ਇਸ ਦੇ ਉੱਤੇ ਅਣਖੀ ਪੰਜਾਬੀ ਜਿਹੜੇ ਨੇ, ਜਿਹੜੇ ਅਣਖ ਰੱਖਦੇ ਨੇ ਪੰਜਾਬੀ, ਉਹ ਸਵਾਲ ਉਠਾ ਰਹੇ ਨੇ ਕਿ ਇਹ ਕਿਸ ਕਿਸਮ ਦੀ ਜਿਹੜੀ ਸੋਚ ਹੈ ਇਹ ਵੱਖੋ ਵੱਖਰੀਆਂ ਪਾਰਟੀਆਂ ਦੇ ਨੇਤਾਵਾਂ ਦੇ ਮਨਾਂ ਦੇ ਵਿੱਚ ਹੈ, ਤੇ ਕਿਵੇਂ ਇਹ ਪੰਜਾਬੀਆਂ ਨੂੰ ਮੰਗਤੇ ਬਣਾ ਕੇ ਉਹਨਾਂ ਨੂੰ ਖਰੇਤਾਂ ਦੇ ਕੇ ਆਪਣੇ ਵੱਲ ਕਰਨਾ ਚਾਹੁੰਦੇ ਨੇ। ਪਰ ਜਿਹੜੀ ਗੱਲ ਤੁਸੀਂ ਪਹਿਲਾਂ ਮੈਨੂੰ ਕਹੀ ਮੇਰੇ ਵੀ ਦਿਮਾਗ ਵਿੱਚ ਆਉਂਦੀ ਹੈ ਵੀ ਹਾਲੇ ਅਸਲ ਮਾਇਨਿਆਂ ਦੇ ਵਿੱਚ ਪੰਜਾਬੀਆਂ ਨੇ ਆਪਣੇ ਪੱਤੇ ਨਹੀਂ ਖੋਲੇ ਪੂਰੀ ਤਰ੍ਹਾਂ। ਉਹਨਾਂ ਨੇ ਆਪਣੇ ਆਪ ਨੂੰ ਮੈਨ ਫੁੱਲ ਵੰਗਰ ਸਾਫ ਜਿਹਾ ਨਹੀਂ ਕੀਤਾ, ਖਿੜੇ ਨਹੀਂ ਉਹ ਕਿਸੇ ਪਾਰਟੀ ਇੱਕ ਵਿਸ਼ੇਸ਼ ਦੇ ਹੱਕ ਵਿੱਚ ਨਿਤਰੇ ਨਹੀਂ, ਉਹ ਨਾ ਹੀ ਉਹਨਾਂ ਨੇ ਜਿਵੇਂ ਪਿਛਲੀ ਵਾਰੀ ਇਹ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਜਿਹੜੀ ਹੈ ਪੰਜਾਬੀ ਦਵਾ ਦੇਣਗੇ, ਨੇਰੀ ਚੱਲ ਗਈ ਉਹਨਾਂ ਦੀ। ਪਰ ਦੂਜੇ ਪਾਸੇ ਉਸ ਵੇਲੇ ਹਾਲਾਤ ਇਹ ਬਣ ਗਏ ਵੀ ਕਾਂਗਰਸ ਜਿਹੜੀ ਹੈ ਉਹ ਵਿੱਚੋਂ ਵਿੱਚੀ ਜਿੱਤ ਕੇ 5 ਸਾਲ ਲਈ ਪੰਜਾਬੀਆਂ ਦੇ ਗਲੇ ਪੈ ਗਈ, ਔਰ ਇਸ ਗਲੇ ਪਈ ਸਰਕਾਰ ਨੇ ਪੰਜਾਬੀਆਂ ਦਾ ਬਿਲਕੁਲ ਉਸੇ ਕਿਸਮ ਦਾ ਨੁਕਸਾਨ ਕੀਤਾ ਜਿਵੇਂ ਪਿਛਲੇ 10 ਸਾਲ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੀ ਸਰਕਾਰ ਨੇ ਕੀਤਾ ਸੀ। ਹੁਣ ਸਥਿਤੀ ਇਹ ਹੈ ਕਿ ਪੰਜਾਬੀ ਅਵੇਸਲੇ ਨਾ ਹੋਣ, ਪੰਜਾਬੀ ਸਮਝਣ ਵੀ ਉਹਨਾਂ ਦੇ ਹੱਕ ਦੇ ਵਿੱਚ ਕੌਣ ਹੈ, ਵਿਰੋਧ ਦੇ ਵਿੱਚ ਕੌਣ ਹੈ। ਇਹ ਜ਼ਰੂਰੀ ਨਹੀਂ ਕਿ ਕਿਸੇ ਵਿਸ਼ੇਸ਼ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਬਣੇ। ਚੰਗੇ ਲੋਕਾਂ ਦੀ ਜਿਹੜੇ ਲੋਕ ਨੇ ਉਹ ਅੱਗੇ ਆਉਣੇ ਚਾਹੀਦੇ ਨੇ, ਜਿਹੜੇ ਪੰਜਾਬ ਦਾ ਭਲਾ ਸੋਚਣ, ਪੰਜਾਬ ਦੀ ਗੱਲ ਕਰਨ, ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਔਰ ਪੰਜਾਬ ਦੇ ਨਾਲ ਖੜ ਕੇ ਪੰਜਾਬੀਆਂ ਦੇ ਦਰਦ ਨੂੰ ਪਛਾਣ ਸਕਣ। ਜੀ ਪਲਾਹੀ ਸਾਹਿਬ, ਅਕਸਰ ਇਹ ਸੁਣਨ ਨੂੰ ਮਿਲਦਾ ਹੈ ਬੀਜੇਪੀ ਦੇ ਉੱਤੇ ਇਹ ਦੋਸ਼ ਲੱਗਦਾ ਕਿ ਜਿਸ ਤਰ੍ਹਾਂ ਪੰਡਿਤ ਨਹਿਰੂ ਸਾਹਿਬ ਦੇ ਟਾਈਮ ਵੀ ਹੋਇਆ, ਮਿਸਿਸ ਇੰਦਰਾ ਗਾਂਧੀ ਜੋ ਸਾਡੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਟਾਈਮ ਵੀ ਹੋਇਆ ਕਿ ਅਸੀਂ ਵੱਖੋ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਬਰਖਾਸਤ ਕੀਤੀਆਂ ਨੇ, ਤੇ ਬੀਜੇਪੀ ਦੇ ਉੱਤੇ ਇਹ ਇਲਜ਼ਾਮ ਲੱਗਦਾ ਕਿ ਇਹਨਾਂ ਨੇ ਵੀ ਜੋ ਸਾਡਾ ਫੈਡਰਲ ਸਿਸਟਮ ਹੈ ਉਹਦੇ ਉੱਤੇ ਚੋਟ ਮਾਰੀ ਆ, ਕਿਉਂਕਿ ਏਜੰਸੀਆਂ ਨੂੰ ਆਪਣੇ ਮੁਤਾਬਿਕ ਇਸਤੇਮਾਲ ਕੀਤਾ, ਕਾਨੂੰਨ ਨੂੰ ਆਪਣੇ ਮੁਤਾਬਿਕ ਇਸਤੇਮਾਲ ਕੀਤਾ, ਤੇ ਜਿਹੜੇ ਰਾਜਾਂ ਦੇ ਵਿੱਚ ਗੈਰ ਭਾਜਪਾ ਸਰਕਾਰ ਹੈ ਉੱਥੇ ਵੀ ਅਹੁਦਾ ਜੋ ਰਾਜਪਾਲ ਸਾਹਿਬ ਦਾ ਹੈ ਉਸ ਨੂੰ ਵੀ ਆਪਣੇ ਮੁਤਾਬਿਕ ਇਸਤੇਮਾਲ ਕੀਤਾ ਤਾਂ ਕਿ ਆਪਣੀ ਸਾਰੀ ਗੱਲ ਉੱਥੇ ਮਨਵਾਈ ਜਾ ਸਕੇ, ਆਪਣੀ ਚਲਾ ਸਕਣ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਕਿ ਭਾਜਪਾ ਕਾਨੂੰਨ ਦਾ ਇਸਤੇਮਾਲ ਕਰਦੀ ਆ ਆਪਣੇ ਮਤਲਬ ਸਾਧਨ ਵਾਸਤੇ, ਆਪਣਾ ਸਿਆਸੀ ਲਾਹਾ ਲੈਣ ਵਾਸਤੇ? ਬਿਨਾਂ ਸ਼ੱਕ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਹੁਣ। ਤੇ ਜਿਵੇਂ ਕਿਸੇ ਵੇਲੇ ਕਾਂਗਰਸ ਦੀ ਸਰਕਾਰ ਨੇ ਇੱਕ ਲੀਹ ਪਾ ਦਿੱਤੀ ਸੀ ਕਿ ਆਪਣੇ ਵਿਰੋਧੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਢਹਿ-ਢੇਰੀ ਕਰਦੀ ਸੀ, ਭਾਵੇਂ ਕਿਸੇ ਵੀ ਢੰਗ ਦੇ ਨਾਲ ਕਰੇ, ਚਾਹੇ ਉਹ ਆਈਬੀ ਦੀ ਮਦਦ ਲਵੇ, ਚਾਹੇ ਸੀਬੀਆਈ ਦੀ ਮਦਦ ਲਵੇ। ਔਰ ਇੰਦਰਾ ਗਾਂਧੀ ਦੇ ਤੇ ਰਾਜਕਾਲ ਦੇ ਵਿੱਚ ਇਸ ਕਿਸਮ ਦੇ ਦ੍ਰਿਸ਼ ਬਹੁਤ ਸਾਰੇ ਦੇਖਣ ਨੂੰ ਵੱਖੋ ਵੱਖਰੇ ਰਾਜਾਂ ਵਿੱਚ ਮਿਲੇ ਸੀ। ਆਇਆ ਰਾਮ ਗਿਆ ਰਾਮ ਹਰਿਆਣੇ ਦੀ ਸਿਆਸਤ ਦੇ ਵਿੱਚ ਜੋ ਕੁਝ ਵਾਪਰਿਆ ਸੀ ਉਹ ਵੀ ਲੋਕਾਂ ਦੇ ਸਾਹਮਣੇ ਹੈ, ਕਰਨਾਟਕ ਦੇ ਵਿੱਚ ਜੋ ਵਾਪਰਦਾ ਰਿਹਾ ਉਹ ਵੀ ਲੋਕਾਂ ਦੇ ਸਾਹਮਣੇ ਹੈ। ਤੇ ਹੁਣ ਤਾਂ ਭਾਜਪਾ ਕਿਉਂਕਿ ਇਹ ਮਹਿਸੂਸ ਕਰਦੀ ਹੈ ਵੀ ਅਸੀਂ ਕਾਂਗਰਸ ਰਹਿਤ ਭਾਰਤ ਬਣਾ ਦੇਣਾ ਹੈ, ਔਰ ਉਹਨਾਂ ਦੇ ਮਨ ਵਿੱਚ ਹੈ ਕਿ ਕਾਂਗਰਸ ਦੀ ਗੱਦੀ ਦਾ ਰਸਤਾ ਜਿਹੜਾ ਹੈ ਉਹ ਭਾਈ ਪੰਜਾਬ ਦੇ ਵਿੱਚੋਂ ਜਾਂਦਾ। ਜੇ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਖੜ ਜਾਂਦੇ ਨੇ, ਚੰਗੀ ਤਰ੍ਹਾਂ ਖੜ ਜਾਂਦੇ ਨੇ, ਚੰਗੀਆਂ ਵੋਟਾਂ ਲੈ ਜਾਂਦੇ ਨੇ, ਤੇ 2024 ਦੇ ਵਿੱਚ ਰਾਹੁਲ ਗਾਂਧੀ ਅਗਵਾਈ ਕਰਦਾ ਹੋਇਆ ਮੋਦੀ ਸਰਕਾਰ ਨੂੰ ਬਹੁਤ ਵੱਡੀ ਚੁਣੌਤੀ ਦੇਗਾ। ਸੋ ਇਸੇ ਕਰਕੇ ਉਹਨਾਂ ਵੱਲੋਂ ਇੱਕ ਗੱਲ ਦਾ ਯਤਨ ਹੈ ਕਿ ਪਹਿਲਾਂ ਹੀ ਨੱਪ ਦਿਓ ਪਹਿਲਾਂ ਹੀ, ਕਾਂਗਰਸ ਨੂੰ ਕਿਸੇ ਹੀਲੇ ਵੀ ਪੰਜਾਬ ਦੇ ਵਿੱਚ ਆਉਣ ਨਾ ਦਿਓ ਜੀ। ਦੂਜੀ ਗੱਲ ਉਹਨਾਂ ਵੱਲੋਂ ਅੱਗੇ ਵੀ ਕੀਤੀ ਜਾਂਦੀ ਹੈ, ਹੁਣ ਵੀ ਕੀਤੀ ਜਾਏਗੀ। ਤੇ ਜਿਵੇਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਆਉਂਦੀ ਹਟਾ ਦਿੱਤੀ ਤੇ ਆਪਣੀ ਸਰਕਾਰ ਬਣਾ ਲਈ। ਇੱਕ ਬੰਦਾ ਇੱਧਰੋਂ ਖਿੱਚ ਕੇ ਦੂਜਾ ਉੱਧਰੋਂ ਖਿੱਚ ਕੇ ਖਰੀਦੋ ਫਰੋਖਤ ਕਰਕੇ ਆਪਣੀ ਉੱਥੇ ਕਾਰਪੋਰੇਸ਼ਨ ਦੇ ਅਹੁਦੇਦਾਰ ਜਿਹੜੇ ਬਣਾ ਲਏ ਨੇ। ਇਸੇ ਢੰਗ ਦੇ ਨਾਲ ਪਿਛਲੀ ਵਾਰੀ ਭਜਨ ਲਾਲ ਸਰਕਾਰ ਜਿਹੜੀ ਹੈ ਹਰਿਆਣੇ ਦੇ ਵਿੱਚ ਉਹਨਾਂ ਨੇ ਹਟਾ ਲਈ ਸੀ। ਕੁਝ ਲੋਕ ਜਿਹੜੇ ਨੇ ਉਹਨਾਂ ਦੇ ਵਿਰੋਧ ਵਾਲੇ ਸੀ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਆਪਣੇ ਨਾਲ ਰਲਾ ਲਿਆ ਔਰ ਉੱਥੇ ਵੀ ਆਪਣੀ ਸਰਕਾਰ ਜਿਹੜੀ ਬਣਾ ਲਈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਨੇ 24 MLA ਖਰੀਦ ਲੈ, ਉਹਨਾਂ ਦੇ ਅਸਤੀਫੇ ਦਵਾ ਦਿੱਤੇ, ਮੁੜ ਕੇ ਫਿਰ ਚੋਣਾਂ ਉੱਤੇ ਕਰਵਾ ਦਿੱਤੀਆਂ ਤੇ ਮੁੜ ਕੇ ਫਿਰ ਉਹ ਸਰਕਾਰ ਦੇ ਉੱਤੇ ਕਾਬਜ ਹੋ ਗਿਆ। ਰਾਜਸਥਾਨ ਦੇ ਵਿੱਚ ਵੀ ਉਹਨਾਂ ਨੇ ਖੇਲ ਖੇਲਣ ਦਾ ਯਤਨ ਕੀਤਾ, ਕਾਮਯਾਬ ਨਹੀਂ ਹੋ ਸਕੇ। ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿੱਥੇ ਗੋਆ ਦੇ ਵਿੱਚ ਤਾਂ ਉਹਨਾਂ ਨੇ ਬੜਾ ਸ਼ਰੇਆਮ ਨੰਗਾ ਨਾਚ
ਜਿਹੜਾ ਹੈ ਭਾਜਪਾ ਨੇ ਕੀਤਾ ਕਰਵਾਇਆ ਸੀ ਕਿ ਉੱਥੋਂ ਦੇ MLA ਜਿਹੜੇ ਨੇ ਉਹਨਾਂ ਨੂੰ ਵੱਡੀ ਗਿਣਤੀ ਦੇ ਕਾਂਗਰਸ ਦੇ MLA ਖਰੀਦ ਕੇ ਆਪਣੇ ਨਾਲ ਜੋੜ ਲਏ ਔਰ ਯਤਨ ਕਰ ਲਿਆ ਵੀ ਆਪਣੀ ਸਰਕਾਰ ਜਿਹੜੀ ਹੈ ਉਹਨਾਂ ਦੀ ਬਣ ਜਾਏ। ਹੁਣ ਵੀ ਇਸੇ ਕਿਸਮ ਦਾ ਯਤਨ ਜਿਹੜਾ ਹੈ ਵੱਖੋ ਵੱਖਰੇ ਥਾਵਾਂ ਤੇ ਹੋਏਗਾ ਕਿਉਂਕਿ ਭਾਜਪਾ ਬਿਲਕੁਲ ਇਹ ਨਹੀਂ ਚਾਹੁੰਦੀ। ਭਾਜਪਾ ਬਿਲਕੁਲ ਆਪਣੇ ਮਨ ਦੇ ਵਿੱਚ ਇਹ ਧਾਰ ਕੇ ਬੈਠੀ ਹੋਈ ਹੈ ਕਿ ਅਸੀਂ ਪੂਰੇ ਭਾਰਤ ਦੇ ਉੱਤੇ ਨਿੱਠ ਕੇ ਰਾਜ ਕਰਨਾ ਔਰ ਡਿਕਟੇਟਰਾਨਾ ਢੰਗ ਦੇ ਨਾਲ ਰਾਜ ਕਰਨਾ। ਸਾਡੇ ਮੁਕਾਬਲੇ ਤੇ ਕੋਈ ਵੀ ਧਿਰ ਜਿਹੜੀ ਹੈ ਸਾਹਮਣੇ ਨਹੀਂ ਆ ਸਕਦੀ, ਭਾਵੇਂ ਕਿ ਜੋ ਹਾਲਾਤ ਲੱਗਦੇ ਨੇ ਯੂਪੀ ਦੇ ਵਿੱਚ ਵੀ, ਖਾਸ ਤੌਰ ਤੇ ਪੱਛਮੀ ਯੂਪੀ ਦੇ ਵਿੱਚ, ਜਿਵੇਂ ਕਿ ਦੱਸਿਆ ਜਾ ਰਿਹਾ ਵੱਖੋ ਵੱਖਰੇ ਸਿਆਸੀ ਜਿਹੜੇ ਸਰਵੇਖਣ ਕਰਨ ਵਾਲੇ ਨਹੀਂ, ਦੂਸਰੇ ਸਿਆਸੀ ਮਾਹਰ ਜਿਹੜੇ ਨੇ ਉਹਨਾਂ ਵੱਲੋਂ ਕਿ ਪੱਛਮੀ ਯੂਪੀ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉੱਥੇ ਭਾਜਪਾ ਨੂੰ ਬਹੁਤ ਵੱਡੀ ਚੈਲੰਜ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ। ਔਰ ਸੰਭਾਵਨਾ ਇਸ ਗੱਲ ਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਖੋ ਵੱਖਰੇ ਪੜਾਅ ਤੇ ਚੋਣਾਂ ਹੋਣਗੀਆਂ ਉਹਦੇ ਵਿੱਚ ਭਾਜਪਾ ਨੂੰ ਬਹੁਤ ਵੱਡੀ ਠੇਸ ਜਿਹੜੀ ਆ ਪਹੁੰਚਣ ਵਾਲੀ ਹੈ। ਪਰ ਪੰਜਾਬ ਦੇ ਵਿੱਚ ਉਹ ਇਸ ਮਾਮਲੇ ਤੇ ਬਹੁਤ ਹੀ ਉਤਸ਼ਾਹਤ ਇਸ ਕਰਕੇ ਨੇ ਵੀ ਉਹਨਾਂ ਨੂੰ ਜਾਪਦਾ ਵੀ ਕਾਂਗਰਸ ਦੇ ਵਿੱਚ ਬਹੁਤ ਵੱਡੀ ਫੁੱਟ ਪਈ ਹੋਈ ਹੈ ਜਾਂ ਪਾ ਦਿੱਤੀ ਗਈ ਹੈ ਔਰ ਪੰਜਾਬ ਦੀ ਕਾਂਗਰਸ ਜਿਹੜੀ ਹੈ ਮੁੜ ਕੇ ਪੰਜਾਬ ਵਿੱਚ ਵਾਪਸੀ ਨਹੀਂ ਕਰ ਸਕਦੀ। ਦੂਜੇ ਪਾਸੇ ਅਕਾਲੀ ਬਸਪਾ ਜਿਹੜੀ ਹੈ ਇਸ ਦੇ ਗੱਠਜੋੜ ਨੂੰ ਸੰਜੀਵ ਜੀ ਇਹ ਗੱਲ ਪੱਧਰੀ ਸਿੱਧੀ ਹੈ ਕਿ ਪੰਜਾਬ ਦੇ ਲੋਕਾਂ ਨੇ ਸਹੀ ਮਾਇਨੇ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜੀ। ਇੰਨੀ ਪੱਧਰ ਤੇ ਸੱਚਾਈ ਇਹ ਹੈ ਕਿ ਜਿੱਥੇ BSP ਦੇ ਲੋਕ ਖੜੇ ਨੇ ਉੱਥੇ ਅਕਾਲੀ ਦਲ ਦੇ ਲੋਕ ਉਹਨਾਂ ਦਾ ਸਾਥ ਨਹੀਂ ਦੇ ਰਹੇ। ਇਸੇ ਤਰ੍ਹਾਂ ਜਿੱਥੇ ਅਕਾਲੀ ਦਲ ਦੇ ਲੋਕ ਖੜੇ ਨੇ BSP ਜਿਹੜੀ ਆ ਉਹਨਾਂ ਨੂੰ ਬਹੁਤੇ ਚੰਗੇ ਨਿਗਾਹ ਨਾਲ ਨਹੀਂ ਦੇਖਦੀ, ਸਗੋਂ ਉਹਨਾਂ ਤੋਂ ਪਾਸਾ ਵੱਟ ਕੇ ਇੱਧਰ ਉੱਧਰ ਹੋਰ ਥਾਂ ਹੀ ਵੋਟਾਂ ਪਾਉਣ ਦੇ ਮੂਡ ਵਿੱਚ ਹੈ। ਇਸੇ ਤਰ੍ਹਾਂ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਬਾਹਰ ਦੀਆਂ ਪਾਰਟੀਆਂ ਦੇ ਬਹੁਤ ਸਾਰੇ ਇਹੋ ਜਿਹੇ ਨੇਤਾ ਆ ਗਏ ਨੇ ਜਿਨ੍ਹਾਂ ਦਾ ਦਿੱਖ ਜਿਹੜੀ ਹੈ, ਜਿਨ੍ਹਾਂ ਦਾ ਅਕਸ ਜਿਹੜਾ ਹੈ, ਜਿਨ੍ਹਾਂ ਦੇ ਬਾਰੇ ਲੋਕਾਂ ਦੇ ਵਿੱਚ ਕੋਈ ਚੰਗੇ ਵਿਚਾਰ ਨਹੀਂ ਸੀ, ਉਹਨਾਂ ਨੂੰ ਸਾਹਮਣੇ ਲਿਆ ਕੇ 40-50 ਲੋਕਾਂ ਨੂੰ ਸਾਹਮਣੇ ਲਿਆ ਕੇ ਚੋਣ ਲੜਾਈ ਜਾ ਰਹੀ ਹੈ, ਜਿਹਦੇ ਨਾਲ ਆਮ ਆਦਮੀ ਪਾਰਟੀ ਦਾ ਉਹ ਦਿੱਖ ਜਿਹੜੀ ਕਿ ਲੋਕਾਂ ਦੇ ਵਿੱਚ ਬੜੀ ਇਮਾਨਦਾਰੀ ਵਾਲੀ ਸੀ ਉਹ ਭੱਦੀ ਪਈ ਹੈ। ਦੂਜੀ ਗੱਲ ਇਹ ਲੋਕਾਂ ਦੇ ਮਨਾਂ ਵਿੱਚ ਇਹ ਖਦਸ਼ਾ ਲਗਾਤਾਰ ਬੈਠ ਰਿਹਾ ਵੀ ਅਸਲ ਵਿੱਚ ਭਗਵੰਤ ਮਾਨ ਜਿਹਨੂੰ ਪਾਰਟੀ ਦਾ ਉਹਨਾਂ ਨੇ ਮੁੱਖ ਮੰਤਰੀ ਨੇਤਾ ਕਰਾਰ ਦੇ ਦਿੱਤਾ, ਉਹ ਰਾਜ ਨਹੀਂ ਇੱਥੇ ਕਰੇਗਾ, ਇੱਥੇ ਤਾਂ ਰਾਘਵ ਚੱਡਾ ਦੇ ਰਾਹੀਂ ਕੇਜਰੀਵਾਲ ਜਿਹੜਾ ਹੈ ਸੁਪਰ ਮੁੱਖ ਮੰਤਰੀ ਦੇ ਤੌਰ ਤੇ ਰਾਜ ਕਰੇਗਾ। ਤਾਂ ਇਹ ਗੱਲ ਪੰਜਾਬੀਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦੀ। ਇਸ ਗੱਲ ਦੇ ਖਦਸ਼ੇ ਜਿਹੜੇ ਨੇ ਉਹ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ, ਭਾਵੇਂ ਕਿ ਕੱਲ ਪਰਸੋਂ ਇੱਕ ਬਿਆਨ ਜਿਹੜਾ ਛਪਿਆ ਹੈ ਲੁਧਿਆਣੇ ਦੇ MP ਬਿੱਟੂ ਵੱਲੋਂ, ਉਹ ਇਹ ਜਿਸ ਵੇਲੇ ਉਹ ਜਾਂਦੇ ਨੇ ਆਪਣੇ ਕਾਂਗਰਸ ਦੇ ਪ੍ਰਧਾਨ ਦੇ ਏਰੀਏ ਦੇ ਵਿੱਚ, ਜਾਂ ਉਹ ਕਾਂਗਰਸ ਦੇ ਪ੍ਰਧਾਨ ਦਾ ਏਰੀਆ ਵਾਲੇ ਲੋਕ ਜਿਹੜੇ ਨੇ ਇੱਧਰ ਆਉਂਦੇ ਨੇ ਤੇ ਉਹ ਉਹਨਾਂ ਦੇ ਬਾਰੇ ਇਹ ਸ਼ਬਦ ਬੋਲਦੇ ਨੇ ਕਿ ਸੁਪਰ CM ਜਿਹੜਾ ਹੈ ਸਾਡਾ ਮਾਨਯੋਗ ਕਾਂਗਰਸ ਦਾ ਪ੍ਰਧਾਨ ਹੋਏਗਾ ਜੀ। ਇਸ ਕਿਸਮ ਦੇ ਜਿਹੜੇ ਗੱਲਾਂ ਇਸ ਵੇਲੇ ਮਾਹੌਲ ਦੇ ਵਿੱਚ, ਚੋਣ ਮਾਹੌਲ ਦੇ ਵਿੱਚ ਵਾਪਰਦੀਆਂ ਨੇ, ਉਹ ਬਹੁਤ ਸਾਰੇ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਪੰਜਾਬ ਦੇ ਮੁੱਦਿਆਂ ਨੂੰ ਤਾਂ ਪਾਸੇ ਛੱਡ ਦਿੱਤਾ ਜਾਂਦਾ, ਪਰ ਉਹਨਾਂ ਗੱਲਾਂ ਵੱਲ ਹੀ ਜ਼ਿਆਦਾ ਤਵੱਜੋ ਕੀਤੀ ਜਾ ਰਹੀ ਹੈ ਜਿਨ੍ਹਾਂ ਗੱਲਾਂ ਵੱਲ ਤਵੱਜੋ ਨਹੀਂ ਸੀ ਕੀਤੀ ਜਾਣੀ ਚਾਹੀਦੀ। ਦੇਖੋ ਨਾ ਜੀ, 42 ਸੀਟਾਂ 42 MLA ਦੀ ਸਮਰਥਨ ਲੈ ਕੇ ਇੱਕ ਹਿੰਦੂ ਕਹਾਉਂਦਾ ਹੋਇਆ ਜਿਹੜਾ ਆਪਣਾ ਕਾਂਗਰਸ ਦਾ ਪੁਰਾਣਾ ਪ੍ਰਧਾਨ ਹੈ ਜਾਖੜ ਸਾਹਿਬ, ਹਾਂਜੀ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਉਹ ਤੋਂ ਟਕਰਾਤਾ ਜਾਂਦਾ ਔਰ ਚੰਨੀ ਨੂੰ ਜਿਹੜੇ ਹੱਕ ਦੇ ਵਿੱਚ ਸਿਰਫ 2 ਬੰਦੇ ਪੁਗਤੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ। ਤੋ ਇਹ ਸਿਆਸੀ ਖੇਡ ਨੇ ਪੰਜਾਬ ਨੂੰ ਬੜੇ ਘਚੋਲੇ ਦੇ ਵਿੱਚ ਪਾ ਦਿੱਤਾ ਹੈ। ਅੱਜ ਜਦੋਂ ਕਿ 13 ਤਰੀਕ ਹੈ ਔਰ ਜਦੋਂ ਕਿ ਹਫ਼ਤਾ 1 ਰਹਿ ਗਿਆ ਔਰ 5 ਦਿਨ ਰਹਿ ਗਏ ਨੇ ਚੋਣ ਪ੍ਰਚਾਰ ਦੇ ਵਿੱਚ, ਉਦੋਂ ਤੱਕ ਵੀ ਪੰਜਾਬ ਦੀ ਸਿਆਸੀ ਦ੍ਰਿਸ਼ ਜਿਹੜਾ ਹੈ
ਸੰਜੀਵ ਜੀ ਬਿਲਕੁਲ ਸਾਫ਼ ਨਹੀਂ ਦਿਖਾਈ ਦਿੰਦਾ ਵੀ ਇਹ ਬਿਲਕੁਲ ਜੀ। ਹਾਲੇ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ੇ ਨੇ, ਕੋਈ ਹਵਾ ਵਗਣ ਵਾਲੀ ਗੱਲ ਦਿਖਾਈ ਨਹੀਂ ਦਿੰਦੀ। ਭਾਵੇਂ ਇਹ ਕਿਹਾ ਜਾਂਦਾ ਵੀ ਪੰਜਾਬ ਦੇ ਲੋਕ ਜਿਹੜੇ ਨੇ ਇਹ ਐਮਰਜੈਂਸੀ ਦੇ ਵਿਰੋਧ ਵਿੱਚ ਵੀ ਖੜੇ ਹੋ ਗਏ ਸੀ। ਇਹ ਆਮ ਤੌਰ ਤੇ ਜੋ ਕੇਂਦਰ ਦੀ ਸਰਕਾਰ ਦੇ ਵਿੱਚ ਹਾਕਮ ਧਿਰ ਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਖੜ ਕੇ ਇਹ ਆਪਣੀ ਗੱਲ ਕਰਦੇ ਨੇ। ਪਰ ਇਸ ਵਾਰੀ ਮਾਹੌਲ ਜਿਹੜਾ ਹੈ ਉਹ ਬਹੁਤਾ ਸਾਫ਼ ਸੁਥਰਾ ਨਹੀਂ ਲੱਗਦਾ। ਕਿਹਾ ਨਹੀਂ ਜਾ ਸਕਦਾ ਵੀ ਕਿਹੜੀ ਪਾਰਟੀ ਕਿਸ ਢੰਗ ਦੇ ਨਾਲ ਔਰ ਕਿਹੜੇ ਵੇਲੇ ਬਾਜੀ ਮਾਰ ਜਾਏਗੀ। ਹੁਣ ਤਾਂ ਜ਼ੋਰ ਇਸ ਗੱਲ ਦਾ ਲੱਗਾ ਹੋਇਆ ਵੀ ਇੱਕ ਦੂਜੇ ਨੂੰ ਲਤਾੜੋ, ਇੱਕ ਦੂਜੇ ਨੂੰ ਬਦਨਾਮ ਕਰੋ, ਇੱਕ ਦੂਜੇ ਦੇ ਵਿਰੋਧ ਦੇ ਵਿੱਚ ਆਵਾਜ਼ ਉਠਾਓ ਔਰ ਮੁੱਦਿਆਂ ਦੀ ਗੱਲ ਨਾ ਕਰੋ। ਦੇਖੋ ਨਾ ਕਿੰਨੀ ਹੈਰਾਨੀ ਦੀ ਗੱਲ ਹੈ ਭਈ 5 ਦਿਨ ਬਾਕੀ ਰਹਿ ਗਏ ਨੇ ਤੇ ਚੋਣ ਮੈਨੀਫੈਸਟੋ ਨਾ ਕਾਂਗਰਸ ਨੇ ਜਾਰੀ ਕੀਤਾ, ਨਾ ਅਕਾਲੀਆਂ ਨੇ ਜਾਰੀ ਕੀਤਾ, ਨਾ ਬਸਪਾ ਨੇ ਜਾਰੀ ਕੀਤਾ ਤੇ ਇਸ ਤੋਂ ਵੱਡੀ ਟ੍ਰੈਜਡੀ ਆਮ ਆਦਮੀ ਪਾਰਟੀ ਨੇ ਵੀ ਜਾਰੀ ਨਹੀਂ ਕੀਤਾ। ਉਹ ਤਾਂ ਗਰੰਟੀਆਂ ਦੇਣ ਲੱਗੇ ਨੇ, ਉਹ 5 ਨਕਾਤੀ 11 ਨਕਾਤੀ 13 ਨਕਾਤੀ ਪ੍ਰੋਗਰਾਮ ਦੇ ਰਹੇ ਨੇ। ਪਰ ਅਸਲ ਮਹਿਨਿਆਂ ਦੇ ਵਿੱਚ ਭਾਵੇਂ ਕਿ ਜ਼ਰੂਰੀ ਨਹੀਂ ਹੁੰਦਾ ਵੀ ਚੋਣ ਮੈਨੀਫੈਸਟੋ ਜਿਹੜਾ ਹੈ ਉਹ ਹਰ ਪਾਰਟੀ ਚੋਣਾਂ ਲੜਨ ਤੋਂ ਪਹਿਲਾਂ ਜਾਰੀ ਕਰੇ, ਪਰ ਨੈਤਿਕ ਤੌਰ ਤੇ ਇਹ ਗੱਲ ਮੰਨੀ ਜਾਂਦੀ ਹੈ ਵੀ ਜਿਸ ਥਾਂ ਤੋਂ ਤੁਸੀਂ ਵੋਟਾਂ ਲੈਣੀਆਂ ਨੇ ਭਾਈ ਉਹਨਾਂ ਲੋਕਾਂ ਨੂੰ ਦੱਸੋ ਤਾਂ ਸਹੀ ਵੀ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਹਾਡੇ ਲਈ ਕੀ ਕਰਨਾ। ਅਸੀਂ ਤੁਹਾਨੂੰ ਰਵਾਇਤਾਂ ਹੀ ਦੇਣੀਆਂ ਨੇ ਕਿ ਅਸੀਂ ਤੁਹਾਡੇ ਪੱਲੇ ਵੀ ਕੁਝ ਪਾਉਣਾ। ਅਸੀਂ ਬੇਰੁਜ਼ਗਾਰ ਖਤਮ ਕਰਨੀ ਕਿ ਨਹੀਂ ਕਰਨੀ। ਅਸੀਂ ਪ੍ਰਵਾਸ ਤੋਂ ਤੁਹਾਡੇ ਨੌਜਵਾਨਾਂ ਨੂੰ ਬਚਾ ਕੇ ਰੱਖਣਾ ਕਿ ਨਹੀਂ ਰੱਖਣਾ। ਤੇ ਜਾਂ ਫਿਰ ਅਸੀਂ 3 ਲੱਖ ਦਾ ਕਰਜ਼ਾ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਉਹਦੇ ਵਿੱਚ ਹੋਰ ਵਾਧਾ ਕਰਕੇ ਆਪਣੀਆਂ ਤਨਖਾਹਾਂ ਵਧਾ ਲੈਣੀਆਂ ਨੇ, ਆਪਣੇ ਲਈ ਵਧੀਆ ਵਧੀਆ ਗੱਡੀਆਂ ਲੈ ਲੈਣੀਆਂ ਨੇ ਔਰ ਆਪਣੇ ਲਈ ਹੋਰ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉਹ ਪੈਦਾ ਕਰ ਲੈਣੀਆਂ ਨੇ। ਇਹ ਜਿਹੜਾ ਕਿ ਆਮ ਵਤੀਰਾ ਪਿਛਲੀਆਂ ਚੋਣਾਂ ਦੇ ਵਿੱਚ ਖਾਸ ਤੌਰ ਤੇ 2 ਦਹਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਜਿਹਦੇ ਵਿੱਚ ਦਿਸਣ ਲੱਗ ਪਿਆ ਵੀ ਸਿਆਸਤਦਾਨ ਜਿਹੜਾ ਹੈ ਉਹ ਸਵਾਰਥੀ ਹੋ ਗਿਆ। ਉਹ ਆਪਣੇ ਭਲੇ ਦੀ ਗੱਲ ਕਰਦਾ, ਲੋਕ ਭਲੇ ਦੀ ਗੱਲ ਕੋਈ ਨਹੀਂ ਕਰਦਾ। ਜੀ ਬਲਾਹੀ ਸਾਹਿਬ, ਮੈਨੀਫੈਸਟੋ ਦੇ ਲਈ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਇਹ ਕਹਿੰਦੇ ਨੇ ਕਿ ਜਦੋਂ ਨਾਮਜ਼ਦਗੀ ਪੱਤਰ ਭਰੇ ਜਾਣ ਨਾਲ ਦੀ ਨਾਲ ਤੁਹਾਨੂੰ ਮੈਨੀਫੈਸਟੋ ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਪਤਾ ਲੱਗੇ ਜਨਤਾ ਨੂੰ ਕਿ ਤੁਸੀਂ ਚਾਹੁੰਦੇ ਕੀ ਹੋ, ਇਸ ਖਿੱਤੇ ਵਾਸਤੇ ਤੁਸੀਂ ਪੰਜਾਬ ਦੇ ਸੂਬੇ ਵਾਸਤੇ ਕੀ ਵਿਜ਼ਨ ਰੱਖਦੇ ਹੋ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮੈਨੀਫੈਸਟੋ ਹੈ ਇੱਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਤਾਂ ਕਿ ਜੇ ਤੁਸੀਂ ਇਹ ਵਾਅਦੇ ਪੂਰੇ ਨਾ ਕਰੋ ਤਾਂ ਤੁਹਾਡੇ ਖਿਲਾਫ ਐਕਸ਼ਨ ਲਿੱਤਾ ਜਾ ਸਕੇ। ਸੋ ਮੈਨੀਫੈਸਟੋ ਤੇ ਹੁਣ ਤੱਕ ਕਿਸੇ ਨੇ ਵੀ ਰਿਲੀਜ਼ ਨਹੀਂ ਕੀਤਾ। ਤੇ ਨਾਲ ਤੁਸੀਂ ਗੱਲ ਕਰਦੇ ਪਏ ਹੋ ਸੁਪਰ ਚੀਫ ਮਿਨਿਸਟਰ ਜੋ ਸੁਪਰੀਮੋ ਹੋਣਗੇ। ਹਾਲਾਂਕਿ ਸੰਵਿਧਾਨ ਦੇ ਵਿੱਚ ਕੋਈ ਵੀ ਐਸਾ ਪ੍ਰਾਵਧਾਨ ਨਹੀਂ ਹੈ ਕਿ ਜਿਹਦੇ ਵਿੱਚ ਸੁਪਰ ਚੀਫ ਮਿਨਿਸਟਰ ਹੋਣਾ ਚਾਹੀਦਾ ਹੈ। ਅਕਾਲੀ ਦਲ ਵੀ ਇਹੀ ਕਹਿੰਦਾ ਕਿ ਵੱਡੇ ਬਾਦਲ ਸਾਹਿਬ ਸਾਡੇ ਸੁਪਰ ਚੀਫ ਮਿਨਿਸਟਰ ਹੋਣਗੇ। ਤੇ ਬੀਜੇਪੀ ਦੇ ਵਿੱਚ ਤਾਂ ਸਟ੍ਰੈਟਜੀ ਵੱਖਰੀ ਚੱਲਦੀ ਪਈ ਹੈ। ਕਾਂਗਰਸ ਦੇ ਵਿੱਚ ਵੀ ਸੁਪਰ ਚੀਫ ਮਿਨਿਸਟਰ ਹੋਣਗੇ ਤੇ ਆਪ ਦੇ ਵਿੱਚ ਵੀ ਸੁਪਰ ਚੀਫ ਮਿਨਿਸਟਰ ਹੋਣਗੇ। ਖੈਰ ਜਿਹੜੀ ਬੀਜੇਪੀ ਦੀ ਸਟ੍ਰੈਟਜੀ ਹੈ ਉਹਦੇ ਵੱਲ ਆਪਾਂ ਮੁੜ ਕੇ ਆਉਣੇ ਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਪੁਰਾਤਨ ਸਮੇਂ ਦੀ ਕਿ ਜਦੋਂ ਸਰਦਾਰ ਵੱਲਭ ਭਾਈ ਪਟੇਲ ਸਾਡੇ ਗ੍ਰਹਿ ਮੰਤਰੀ ਹੁੰਦੇ ਸੀ, ਲੋਹ ਪੁਰਸ਼, ਉਹ ਕਹਿੰਦੇ ਸੀ ਸੰਵਿਧਾਨ ਨੂੰ ਸਾਹਮਣੇ ਰੱਖ ਕੇ ਤੁਸੀਂ ਸਾਰੇ ਕੰਮ ਕਰੋ ਕਿਉਂਕਿ ਸੰਵਿਧਾਨ ਹੀ ਸਾਡਾ ਆਧਾਰ ਹੈ। ਪਰ ਅੱਜ ਅਸੀਂ ਦੇਖਦੇ ਹਾਂ ਕਿ ਸਿਆਸੀ ਆਗੂ ਸਿਆਸੀ ਪਾਰਟੀਆਂ ਸੰਵਿਧਾਨ ਦੀ ਸਹੁੰ ਤਾਂ ਚੁੱਕਦੇ ਨੇ ਪਰ ਕਰਦੇ ਸਿਆਸੀ ਭ੍ਰਸ਼ਟਾਚਾਰ ਨੇ। ਤੇ ਬੀਜੇਪੀ ਦੇ ਉੱਤੇ ਇਹ ਖਾਸ ਇਲਜ਼ਾਮ ਲੱਗਦਾ ਕਿ ਇਹ ਸਿਆਸੀ ਭ੍ਰਸ਼ਟਾਚਾਰ ਕਰਨ ਵਿੱਚ ਮਾਹਿਰ ਨੇ। ਤੁਹਾਡਾ ਕੀ ਵਿਚਾਰ ਹੈ ਐਜ਼ ਅ ਸਪੈਸ਼ਲਿਸਟ? ਇੱਕ ਗੱਲ ਤਾਂ ਮੈਂ ਥੋੜੀ ਤੁਹਾਡੀ ਕਲੀਅਰ ਕਰਨਾ ਚਾਹੁੰਦਾ ਜੀ। ਇਹ ਗੱਲ ਕਹੀ ਕਿ ਹਾਈ ਕੋਰਟ ਦੇ ਵਿੱਚ ਇਹ ਗੱਲ ਹਾਈ ਕੋਰਟ ਨੇ ਕਹੀ ਹੈ ਕਿ ਜਿਹੜਾ ਦਸਤਾਵੇਜ਼ ਹੈ ਉਹ ਚੋਣ ਮਨੋਰਥ ਪੱਤਰ ਹੈ ਇਹ ਕਾਨੂੰਨੀ ਦਸਤਾਵੇਜ਼ ਬਣੇ। ਪਰ ਸੁਪਰੀਮ ਕੋਰਟ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਉੱਥੇ ਹਾਲੇ ਇਸ ਗੱਲ ਬਾਰੇ ਚਰਚਾ ਚੱਲਦੀ ਹੈ। ਸੋ ਇਸ ਮਾਮਲੇ ਦੇ ਉੱਤੇ ਤਦੇ ਪਾਰਟੀਆਂ ਆਮ ਤੌਰ ਤੇ ਚੁੱਪ ਕਰਕੇ ਬੈਠੀਆਂ ਨੇ। ਵੈਸੇ ਵੀ ਉਹਨਾਂ ਦੀ ਚੁੱਪੀ ਦਾ ਕਾਰਨ ਤਾਂ ਇਹ ਵੀ ਹੋ ਸਕਦਾ ਵੀ ਇਸ ਕਿਸਮ ਦੀ ਗੱਲ ਜਿਹੜੀ ਆ ਉਹਨਾਂ ਨੂੰ ਨਾ ਹੀ ਕਰਨਾ ਪਵੇ ਕਿਉਂਕਿ 5 ਸਾਲ ਬਾਅਦ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਹੋਣਾ ਪੈਣਾ। ਤੇ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਕਹੇਗਾ ਵੀ ਭਾਈ 2 ਸਾਲਾਂ ਬਾਅਦ ਇਹ ਕਹੇਗਾ ਤੁਸੀਂ ਸਾਡੀ ਗੱਲ ਨਹੀਂ ਸੁਣੀ, ਸਾਡੀਆਂ ਗੱਲਾਂ ਨਹੀਂ ਮੰਨੀਆਂ, ਚਲੋ ਵਾਪਸ ਚਲੋ ਅਸੀਂ ਤੁਹਾਡੇ ਨੋਟਾਂ ਦਾ ਤਾਂ ਚਲੋ ਨਹੀਂ ਅਸੀਂ ਪ੍ਰਯੋਗ ਕੀਤਾ ਉਸ ਵੇਲੇ, ਪਰ ਅਸੀਂ ਤੁਹਾਨੂੰ ਵਾਪਸ ਬੁਲਾਉਣ ਲਈ ਮਤਾ ਜਿਹੜਾ ਹੈ ਉਹ ਲਿਆਉਣ ਨੂੰ ਤਿਆਰ ਹੋਏ ਹਾਂ। ਸੋ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ ਬਹੁਤ ਦੋਸ਼ ਜਿਹੜੇ ਨੇ ਕਾਂਗਰਸ ਦੀ ਸਰਕਾਰ ਦੇ ਉੱਤੇ ਵੀ ਲੱਗਦੇ ਰਹੇ ਨੇ ਤੇ ਭਾਜਪਾ ਜਿਹੜੀ ਹੈ ਉਹ ਕਰਪਟ ਪ੍ਰੈਕਟਿਸ ਲਈ ਪਿੱਛੇ ਨਹੀਂ ਰਹੀ ਹੋਈ।
ਤੁਸੀਂ ਦੇਖੋ ਵੀ ਅੱਜ ਹੀ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ, ਬੜੀ ਬਹੁਤ ਵੱਡੀ ਖਬਰ ਹੈ ਵੀ 13 ਥਾਵਾਂ ਦੇ ਉੱਤੇ ਬੈਂਕ ਘੁਟਾਲਾ ਜਿਹੜਾ ਹੈ, ਉਹ ਸਭ ਤੋਂ ਵੱਡਾ ਬੈਂਕ ਘੁਟਾਲਾ ਜਿਹੜਾ ਹੈ ਉਹ ਗੁਜਰਾਤ ਸਟੇਟ ਦੇ ਵਿੱਚ ਇੱਕ ਸ਼ਿਪਯਾਰਡ ਕੰਪਨੀ ਵੱਲੋਂ ਕੀਤਾ ਗਿਆ, ਜਿਹੜੇ 7 ਵੱਖੋ ਵੱਖਰੀਆਂ ਬੈਂਕਾਂ ਦੇ ਨਾਲ ਘੁਟਾਲੇ ਕੀਤੇ। ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਪਈ, ਭਾਜਪਾ ਜਿਹਨੂੰ ਬਹੁਤ ਵੱਡਾ ਬਲ ਜਿਹੜਾ ਹੈ ਗੁਜਰਾਤ ਦੇ ਵਿੱਚੋਂ ਮਿਲਿਆ, ਉਸ ਸਟੇਟ ਦੇ ਵਿੱਚੋਂ ਹੀ ਉਹ ਸਾਰੇ ਲੋਕ ਜਿਨ੍ਹਾਂ ਨੇ ਬੈਂਕ ਘੁਟਾਲੇ ਕੀਤੇ ਨੇ ਉਹ ਗੁਜਰਾਤ ਵਿੱਚੋਂ ਨੇ। ਚਾਹੇ ਕਿਸੇ ਨੇ 20,000 ਕਰੋੜ ਦਾ ਕੀਤਾ, ਚਾਹੇ 50,000 ਕਰੋੜ ਦਾ ਕੀਤਾ, ਜਿਹੜੇ ਵਿਦੇਸ਼ ਨੂੰ ਭੱਜ ਵੀ ਗਏ ਨੇ ਉਹ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹੋ ਜਿਹੇ ਸਟੇਟ ਦੇ ਵਿੱਚ ਜਿਸ ਮਾਡਲ ਨੂੰ ਲਾਗੂ ਕਰਨ ਦੀ ਮੋਦੀ ਸਾਹਿਬ ਪੂਰੇ ਪੰਜਾਬ ਵਿੱਚ ਗੱਲ ਕਰਿਆ ਕਰਦੇ ਸੀ, ਕੀ ਉਹ ਭ੍ਰਿਸ਼ਟਾਚਾਰ ਦੇ ਮਾਡਲ ਨੂੰ ਲਾਗੂ ਕਰਨ ਦੀ ਗੱਲ ਕਰਦੇ ਨੇ ਤੇ ਬੈਂਕਾਂ ਦੇ ਘੁਟਾਲੇ ਜੇ ਗੁਜਰਾਤ ਵਿੱਚ ਹੁੰਦੇ ਨੇ ਤੇ ਬਾਕੀ ਥਾਵਾਂ ਤੇ ਵੀ ਉਸੇ ਢੰਗ ਦੇ ਨਾਲ ਉਸੇ ਸਿਖਰ ਤੇ ਉੱਤੇ ਹੋਣ। ਬਾਕੀ ਰਹੀ ਇਹਨਾਂ ਦੇ ਵੱਖੋ ਵੱਖਰੇ ਸਮੇਂ ਤੇ ਤੁਸੀਂ ਭ੍ਰਿਸ਼ਟਾਚਾਰ ਦੀ ਜਿਹੜੀ ਗੱਲ ਕਰਦੇ ਹੋ, ਹੁਣ ਤਾਂ ਸਾਰੀਆਂ ਪਾਰਟੀਆਂ ਦੇ ਭ੍ਰਿਸ਼ਟਾਚਾਰ ਬਿਲਕੁਲ ਉਵੇਂ ਫੈਲਿਆ ਹੋਇਆ ਜਿਵੇਂ ਕੋੜ ਫੈਲਿਆ ਹੁੰਦਾ। ਜੀ ਜੀ, ਇਹਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਹੈ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੀ ਕਿ ਅਸੀਂ ਇਸ ਤੋਂ ਵਿਰਵੇ ਹਾਂ। ਹਰੇਕ ਪਾਰਟੀ ਦੇ ਨੇਤਾ ਦੇ ਉੱਤੇ ਵੱਖੋ ਵੱਖਰੇ ਨੇਤਾ ਤੇ ਇਲਜ਼ਾਮ ਲੱਗਦੇ ਨੇ। ਤੇ ਦੂਜੀ ਗੱਲ ਹੋਰ ਕਿ ਜੇ ਇਲਜ਼ਾਮ ਲੱਗੇ ਹੋਏ ਨੇਤਾ ਭਾਜਪਾ ਦੇ ਵਿੱਚ ਆ ਜਾਂਦੇ ਨੇ ਤੇ ਉਹ ਇਲਜ਼ਾਮ ਵੀ ਸਾਰੇ ਖਤਮ ਹੋ ਜਾਂਦੇ ਨੇ ਔਰ ਮੁੜ ਕੇ ਉਹ ਸਾਫ਼ ਸੁਥਰੇ ਅਕਸ ਵਾਲੇ ਵੀ ਹੋ ਜਾਂਦੇ ਨੇ। ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਬਕਾ ਅਮਰਿੰਦਰ ਸਿੰਘ ਦੇ ਬੇਟੇ ਦੇ ਉੱਤੇ ਈਵੀ ਦੀ ਰੇਡ ਹੋਈ, ਪਤਾ ਨਹੀਂ ਕੀ ਕੁਛ ਉਹਨਾਂ ਦੇ ਉੱਤੇ ਹੋਇਆ, ਪਰ ਇਸ ਵੇਲੇ ਉਹਨਾਂ ਦੀ ਉਸ ਕੇਸ ਦੀ ਚਰਚਾ ਨਹੀਂ ਹੋ ਰਹੀ। ਚਰਚਾ ਕਿਹਦੀ ਹੋ ਰਹੀ ਆ? ਚੰਨੀ ਦੇ ਭਤੀਜੇ ਦੀ, ਜਿਹਨੂੰ ਆਈਵੀ ਤਾਂ ਕਹਿੰਦੀ ਆ ਵੀ ਇਹ ਦੋਸ਼ੀ ਆ, ਪਰ ਜਦੋਂ ਐਡਮਿਨਿਸਟ੍ਰੇਸ਼ਨ ਨੇ ਮੁੱਖ ਮੰਤਰੀ ਦੇ ਕੋਲ ਰਾਜਪਾਲ ਦੇ ਕੋਲ ਜਾ ਕੇ ਆਮ ਆਦਮੀ ਪਾਰਟੀ ਨੇ ਮੈਮੋਰੈਂਡਮ ਦਿੱਤਾ ਵੀ ਇਹਦੀ ਇਨਕੁਆਇਰੀ ਕਰੋ, ਤੇ ਉਹਨਾਂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਕਹਿ ਦਿੱਤਾ ਵੀ ਉਹਦੇ ਵਿੱਚ ਚੰਨੀ ਸਾਹਿਬ ਦਾ ਕੋਈ ਦੋਸ਼ ਹੀ ਨਹੀਂ ਹੈ। ਤੋ ਇਹ ਵਰਤਾਰਾ ਜਿਹੜਾ ਹੈ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਦੂਜੇ ਨੂੰ ਠੇਡੇ ਮਾਰਨ ਦਾ, ਮਾੜੇ ਦਿਖਾਉਣ ਦਾ, ਭੈੜੇ ਕਰਨ ਦਾ, ਉਹ ਸਾਰੀਆਂ ਪਾਰਟੀਆਂ ਦੇ ਵਿੱਚ ਇੱਕੋ ਜਿਹਾ ਹੈ। ਤੁਸੀਂ ਦੇਖੋ ਕਿ ਕਿੰਨੇ ਸਾਲ ਪੁਰਾਣੇ ਕੇਸ ਨੂੰ, ਨਸ਼ਿਆਂ ਦੇ ਮਾਮਲੇ ਦੇ ਉੱਤੇ ਪੁਰਾਣੇ ਕੇਸ ਨੂੰ ਚੰਨੀ ਸਰਕਾਰ ਨੇ ਸਾਹਮਣੇ ਲਿਆਂਦਾ ਆਪਣੇ ਕਾਂਗਰਸ ਦੇ ਪ੍ਰਧਾਨ ਦੀ ਜਿੱਤ ਦੇ ਵਿੱਚ, ਔਰ ਉਸ ਮਜੀਠੀਆ ਦੇ ਖਿਲਾਫ। ਔਰ ਉਸ ਮਾਮਲੇ ਦੇ ਉੱਤੇ ਤੁਸੀਂ ਦੇਖੋ ਕਿੰਨੀ ਬੁਰੀ ਤਰ੍ਹਾਂ ਸਰਕਾਰ ਜਿਹੜੀ ਹੈ ਉਸ ਨੂੰ ਸਹੀ ਢੰਗ ਦੇ ਨਾਲ ਕਾਮਯਾਬੀ ਨਾਲ ਸਾਹਮਣੇ ਲਿਆਉਣ ਦੇ ਵਿੱਚ ਨਾਕਾਮਯਾਬ ਹੋਈ ਹੈ। ਤੋ ਜਦੋਂ ਚੋਣ ਦੇ ਹਿਸਾਬ ਦੇ ਨਾਲ ਕੋਈ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਵੀ ਖੜੇ ਕਰ ਦਿੰਦਾ। ਦੇਖੋ ਸਰਕਾਰ ਨੇ ਖਾਸ ਤੌਰ ਤੇ ਜਿਹੜੀ ਹਾਕਮ ਧਿਰ ਹੋਵੇ ਉਸਨੇ ਹਰ ਹੀਲਾ ਵਰਤਣਾ ਹੁੰਦਾ ਚੋਣਾਂ ਜਿੱਤਣ ਦਾ। ਹੁਣ ਉਹਨਾਂ ਨੇ ਰਾਮ ਰਹੀਮ ਸਿੰਘ ਜਿਨ੍ਹਾਂ ਦੇ ਬਾਰੇ ਚ ਬੜੀ ਚਰਚਾ ਪਿਛਲੇ ਸਮੇਂ ਦੇ ਵਿੱਚ ਹੁੰਦੀ ਰਹੀ ਹੈ, ਉਹ 21 ਦਿਨਾਂ ਲਈ ਆ ਕੇ ਫਰਲੋ ਤੇ ਆ ਗਏ ਨੇ, ਔਰ ਫਰਲੋ ਤੇ ਆ ਕੇ ਉਹ ਪਾਰਟੀਆਂ ਦੇ ਨੇਤਾ ਜਿਹੜੇ ਨੇ ਉਹਨਾਂ ਦੇ ਕੋਲ ਜਾ ਰਹੇ ਨੇ ਉਹਨਾਂ ਦੀ ਸਹਾਇਤਾ ਪ੍ਰਾਪਤ ਕਰਨ ਦੇ ਲਈ। ਔਰ ਆਮ ਤੌਰ ਤੇ ਇਹ ਗੱਲ ਕਹੀ ਜਾਣ ਵਾਲੀ ਹੈ, ਜਿਵੇਂ ਕਿ ਤੁਸੀਂ ਕਿਹਾ ਵੀ ਇਹ ਵੀ ਇੱਕ ਕਿਸਮ ਦਾ ਸਿਆਸੀ ਭ੍ਰਿਸ਼ਟਾਚਾਰ ਹੈ ਕਿ ਭਾਜਪਾ ਵਾਲਿਆਂ ਨੇ ਖਾਸ ਤੌਰ ਤੇ ਰਾਮ ਰਹੀਮ ਸਿੰਘ ਦੇ ਜਿਹੜੇ ਪੈਰੋਕਾਰ ਨੇ, ਪੰਜਾਬ ਵਿੱਚ ਪੈਰੋਕਾਰ ਨੇ ਜਾਂ ਯੂਪੀ 'ਚ ਪੈਰੋਕਾਰ ਨੇ, ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਬਰਗਲਾਉਣੀਆਂ ਨੇ, ਹਥਿਆਉਣੀਆਂ ਨੇ ਔਰ ਆਪਣੇ ਪੱਖ ਦੇ ਵਿੱਚ ਕਰਨੀਆਂ ਨੇ। ਇਹੀ ਸਿਆਸੀ ਭ੍ਰਿਸ਼ਟਾਚਾਰ ਹੈ ਮੈਂ ਸਮਝਦਾ ਵੀ ਜਿਹਦਾ ਜ਼ਿਕਰ ਤੁਸੀਂ ਆਪਣੇ ਮਨੋਂ ਕਰਨਾ ਚਾਹੁੰਦੇ ਸੀ। ਜੀ ਭਲਾਈ ਸਾਹਿਬ, ਭਾਵੇਂ ਬੀਜੇਪੀ ਦੀ ਗੱਲ ਕਰੋ, ਭਾਵੇਂ ਕਾਂਗਰਸ ਦੀ ਗੱਲ ਕਰੋ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋ, ਭ੍ਰਿਸ਼ਟਾਚਾਰ ਦੇ ਸਭ ਦੇ ਉੱਤੇ ਇਲਜ਼ਾਮ ਲੱਗਦੇ ਨੇ। ਤੇ ਜਦੋਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਰਟੀਫਿਕੇਟ ਦਿੰਦੀ ਹੈ ਕਿ ਅਸੀਂ ਭ੍ਰਿਸ਼ਟ ਨਹੀਂ, ਤਾਂ ਜਵਾਬ ਇਹ ਦਿੰਦੀ ਹੈ ਜਨਤਾ ਕਿ ਹਜੇ ਤੁਹਾਨੂੰ ਰਾਜ ਕਰਨ ਦਾ ਮੌਕਾ ਕਿੱਥੇ ਮਿਲਿਆ, ਕਿਉਂਕਿ ਜਿਸ ਸਿਸਟਮ ਦੇ ਵਿੱਚ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਉਹ ਸਿਸਟਮ ਹੀ ਭ੍ਰਿਸ਼ਟ ਹੈ। ਤੇ ਤੁਸੀਂ ਆਪਣੇ ਆਪ ਨੂੰ ਬਚਾਓਗੇ ਕਿਵੇਂ ਤੇ ਸਿਸਟਮ ਨੂੰ ਠੀਕ ਕਿਵੇਂ ਕਰੋਗੇ? ਸੋ ਭ੍ਰਿਸ਼ਟਾਚਾਰ ਦੇ, ਸਿਆਸੀ ਭ੍ਰਿਸ਼ਟਾਚਾਰ ਦੇ ਜੋ ਇਲਜ਼ਾਮ ਨੇ ਸਾਰੀਆਂ ਪਾਰਟੀਆਂ ਦੇ ਉੱਤੇ ਬਰਾਬਰ ਲੱਗਦੇ ਨੇ। ਭਲਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਸਾਰੇ ਐਨਾਲਿਸਿਸ ਸ਼ੇਅਰ ਕੀਤੇ। ਥੈਂਕ ਯੂ ਵੈਰੀ ਮਚ ਸਰ।
ਤੇ ਅਸੀਂ ਲਾਈਟਰ ਮੋਡ ਦੇ ਉੱਤੇ ਆਪਣੇ ਇਸ ਪ੍ਰੋਗਰਾਮ ਨੂੰ ਖਤਮ ਕਰਨਾ ਚਾਹਾਂਗੇ ਕਿ ਅਕਸਰ ਗੱਲ ਹੁੰਦੀ ਹੈ ਆਇਆ ਰਾਮ ਗਿਆ ਰਾਮ। ਹੋਇਆ ਕੀ ਕਿ 1967 ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਸੀ ਗਿਆ ਲਾਲ, ਤੇ ਉਹਨਾਂ ਨੇ 3 ਦਿਨਾਂ ਦੇ ਵਿੱਚ, ਉਹਨਾਂ ਨੇ 14 ਦਿਨਾਂ ਦੇ ਵਿੱਚ 3 ਪਾਰਟੀਆਂ ਚੇਂਜ ਕੀਤੀਆਂ। ਪਹਿਲਾਂ ਆਏ ਕਾਂਗਰਸ ਦੇ ਵਿੱਚ, ਫਿਰ ਯੂਨਾਈਟਿਡ ਫਰੰਟ ਦੇ ਵਿੱਚ, ਫਿਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ, ਤੇ ਉਹ ਗਿਆ ਲਾਲ ਤੋਂ ਬਣ ਗਏ ਆਇਆ ਰਾਮ ਗਿਆ ਰਾਮ। ਤੇ ਇਹ ਅਜੇ ਤੱਕ ਵੀ ਰਾਜਨੀਤੀ ਦੇ ਵਿੱਚ ਇਹ ਸਾਰੀ ਗੱਲ ਚੱਲਦੀ ਹੈ ਕਿ ਕੋਈ ਵੀ ਜਦੋਂ ਦਲ ਬਦਲਦਾ ਤੇ ਉਹਨੂੰ ਆਇਆ ਰਾਮ ਗਿਆ ਰਾਮ ਕਿਹਾ ਜਾਂਦਾ। ਖੈਰ, ਸਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।